Hello guys, welcome to Punjab Success Mantra. My name is Rohit Midha. In this video, we are going to discuss about goods and services tax, its impact, its origin. Basically, goods and services tax ਦੇ ਆਉਣ ਤੋਂ ਪਹਿਲਾਂ ਇੰਡੀਆ ਦੇ ਵਿੱਚ ਕੀ ਪ੍ਰੋਵੀਜ਼ਨ ਚੱਲਦੇ ਸੀਗੇ, ਗੁੱਡਸ ਐਂਡ ਸਰਵਿਸਿਜ਼ ਟੈਕਸ ਨੂੰ ਕਿਉਂ ਲਾਂਚ ਕੀਤਾ ਗਿਆ, ਇਸ ਨੂੰ ਕਿਉਂ ਇੰਟਰੋਡਿਊਸ ਕੀਤਾ ਗਿਆ ਐਂਡ ਗੁੱਡਸ ਐਂਡ ਸਰਵਿਸਿਜ਼ ਟੈਕਸ ਦੇ ਕਿਹੜੇ ਪ੍ਰੋਵੀਜ਼ਨਸ, ਇਹ ਕਿੱਦਾਂ ਫੰਕਸ਼ਨਸ ਨੇ, ਇਸ ਦੇ ਕੀ ਵਰਕ ਕਰਦਾ ਹੈਗਾ ਐਂਡ ਗੁੱਡਸ ਐਂਡ ਸਰਵਿਸਿਜ਼ ਟੈਕਸ ਦੇ ਐਡਵਾਂਟੇਜ ਤੇ ਡਿਸਐਡਵਾਂਟੇਜ ਐਂਡ ਆਲਸੋ ਅਬਾਊਟ ਦਾ ਜੀਐਸਟੀ ਕਾਉਂਸਲ। ਤਾਂ ਇਸ ਵੀਡੀਓ ਦੇ ਵਿੱਚ ਆਪਾਂ ਕੰਪਲੀਟ ਜੀਐਸਟੀ ਬਾਰੇ ਡਿਸਕਸ ਕਰਾਂਗੇ। क्लास ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਕੁਝ ਮੋਡਿਊਲਸ YouTube ਤੇ ਡੇਲੀ ਕਲਾਸਿਸ ਹੁੰਦੀਆਂ ਨੇ। ਡੇਲੀ ਸਾਡੀਆਂ YouTube ਤੇ ਕੁਝ ਫ੍ਰੀ ਕਲਾਸਿਸ ਹੁੰਦੀਆਂ ਨੇ। ਡੇਲੀ ਸਵੇਰੇ 10:15 ਵਜੇ ਸਾਡੀ ਕਰੰਟ ਅਫੇਅਰਸ ਦੀ ਕਲਾਸ ਹੁੰਦੀ ਹੈ। ਉਸ ਤੋਂ ਬਾਅਦ ਡੇਲੀ MCQs ਦੀ ਕਲਾਸ ਹੁੰਦੀ ਹੈ ਐਂਡ ਡੇਲੀ ਕਰੰਟ ਅਫੇਅਰ ਇਸ਼ੂ ਫॉर PCS ਡਿਸਕਸ ਕੀਤਾ ਜਾਂਦਾ ਹੈਗਾ। ਵਨ ਲਾਈਨਰ ਆਫ ਪੰਜਾਬ ਜੀਕੇ ਡਿਸਕਸ ਕੀਤੇ ਜਾਂਦੇ ਨੇ। PCS ਵਾਸਤੇ ਕੁਝ MCQs ਡੇਲੀ ਡਿਸਕਸ ਕੀਤੇ ਜਾਂਦੇ ਨੇ ਐਂਡ ਉਸ ਤੋਂ ਬਾਅਦ PPSC ਤੇ PSSB ਦੇ ਐਗਜ਼ਾਮਸ ਵਾਸਤੇ ਵੀ 10 MCQs a day ਅਸੀਂ ਡਿਸਕਸ ਕਰਦੇ ਹਾਂ। ਇਹ ਸਾਡਾ ਡੇਲੀ ਸ਼ਡਿਊਲ ਹੈਗਾ। YouTube ਤੇ ਫ੍ਰੀ ਕਲਾਸਿਸ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਤਾਂ ਇਹਨਾਂ ਕਲਾਸਿਸ ਨੂੰ ਜ਼ਰੂਰ ਦੇਖਿਆ ਕਰੋ ਐਂਡ ਤਾਂ ਕਿ ਤੁਸੀਂ ਕੰਪਲੀਟ ਇਨਫੋਰਮੇਸ਼ਨ ਗੇਨ ਕਰ ਪਾਓ। ਹੁਣ ਵੱਧਦੇ ਹਾਂ ਸਾਡੀ ਕਲਾਸ ਦੇ ਵੱਲ। ਸਾਡੀ ਕਲਾਸ ਦੇ ਵਿੱਚ ਅੱਜ ਆਪਾਂ ਡਿਸਕਸ ਕਰ ਰਹੇ ਹਾਂ ਗੁੱਡਸ ਐਂਡ ਸਰਵਿਸਿਜ਼ ਟੈਕਸ ਬਾਰੇ। ਤਾਂ ਸਭ ਤੋਂ ਪਹਿਲਾਂ ਆਪਾਂ ਇਸ ਦੀ ਗੱਲ ਕਿਉਂ ਕਰ ਰਹੇ ਹਾਂ, ਕਿਉਂਕਿ ਇਹ ਰੀਸੈਂਟਲੀ ਨਿਊਜ਼ ਦੇ ਵਿੱਚ ਹੈ। ਵਾਈ ਇਨ ਨਿਊਜ਼? ਬਿਕੋਜ਼ the goods and services tax has completed the journey of 5 years। 5 ਸਾਲ ਕੰਪਲੀਟ ਹੋ ਚੁੱਕੇ ਨੇ। 1 ਜੁਲਾਈ 2017 ਨੂੰ GST ਲਾਂਚ ਕੀਤਾ ਗਿਆ ਸੀਗਾ ਤੇ ਅੱਜ 1 ਜੁਲਾਈ 2022 ਨੂੰ ਇਸ ਦੇ 5 ਸਾਲ ਕੰਪਲੀਟ ਹੋ ਚੁੱਕੇ ਨੇ। ਇਸ ਲਈ ਆਪਾਂ ਅੱਜ ਇਸ ਦੀ ਗੱਲ ਕਰ ਰਹੇ ਹੈਗੇ ਆ ਐਂਡ 5 ਸਾਲ ਦੀ ਜਰਨੀ ਦੇ ਵਿੱਚ GST ਦੇ ਬੇਸਿਕਲੀ ਕੀ ਮੈਰਿਟਸ ਤੇ ਡੀਮੈਰਿਟਸ ਰਹੇ, ਬੇਸਿਕਲੀ ਅੱਜ ਆਪਾਂ ਉਸ ਦਾ ਡਿਸਕਸ਼ਨ ਕਰਾਂਗੇ ਕਿਉਂਕਿ ਸਾਡੇ ਪੇਪਰ ਪੁਆਇੰਟ ਆਫ व्यू ਤੋਂ ਕਾਫੀ ਇੰਪੋਰਟੈਂਟ ਹੈ। ਤਾਂ ਚੱਲਦੇ ਹਾਂ ਅੱਗੇ, GST ਬਾਰੇ ਪੜ੍ਹਦੇ ਹਾਂ। GST ਕੀ ਹੈ? ਗੁੱਡਸ ਐਂਡ ਸਰਵਿਸਿਜ਼ ਟੈਕਸ। ਤਾਂ ਟੈਕਸ ਬਾਰੇ ਪੜਨ ਤੋਂ ਪਹਿਲਾਂ ਸਭ ਤੋਂ ਪਹਿਲੀ ਚੀਜ਼ ਆਪਾਂ ਇਹ ਪੜਾਂਗੇ ਕਿ ਐਕਚੁਅਲ ਦੇ ਵਿੱਚ ਟੈਕਸ ਕੀ ਹੁੰਦਾ। ਟੈਕਸ ਕੀ ਹੁੰਦਾ ਹੈਗਾ? ਟੈਕਸ ਬੇਸਿਕਲੀ ਇੱਕ ਲੈਟਿਨ ਵਰਡ ਤੋਂ ਬਣਿਆ ਹੈਗਾ ਜਿਸ ਦਾ ਮਤਲਬ ਹੁੰਦਾ ਟੈਕਸੋ। ਟੈਕਸੋ ਦੇਖੋ, ਵੀ ਲਿਵ ਇਨ ਅ ਡੈਮੋਕ੍ਰੇਸੀ। ਆਪਾਂ ਇੱਕ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹਾਂ ਜਿੱਥੇ ਜਨਤਾ ਦੇ ਦੁਆਰਾ ਚੁਣਿਆ ਗਿਆ ਇੱਕ ਪ੍ਰਤੀਨਿਧੀ, ਇੱਕ ਸਰਕਾਰ ਬਣਾਈ ਜਾਂਦੀ ਹੈ। ਉਹ ਸਰਕਾਰ ਬੇਸਿਕਲੀ ਸਾਰਾ ਪ੍ਰਸ਼ਾਸਨ ਚਲਾਉਣ ਦਾ ਕੰਮ ਕਰਦੀ ਹੈ। ਠੀਕ ਹੈ, ਜੋ ਵੀ ਵਰਕ ਕਰਨੇ ਉਹ ਸਰਕਾਰ ਨੇ ਚੱਲਣੇ ਹੈ। ਤਾਂ ਜਿਹੜੀ ਸਰਕਾਰ ਹੈਗੀ ਹੈ, ਠੀਕ ਹੈ, ਉਹ ਸਾਡੇ ਉੱਤੇ ਇੱਕ ਫੀ ਚਾਰਜ ਕਰਦੀ ਹੈ। ਇੱਕ ਫੀ ਚਾਰਜ ਕਰਦੀ ਹੈਗੀ ਹੈ। ਕਿਸ ਲਈ ਚਾਰਜ ਕਰਦੀ ਹੈਗੀ? ਤਾਂ ਕਿ ਆਪਣੇ ਉਹ ਜਿਹੜੇ ਪਬਲਿਕ ਵਰਕਸ ਹੈਗੇ ਉਹਨਾਂ ਨੂੰ ਕੰਪਲੀਟ ਕਰ ਪਾਏ। ਉਸ ਦੇ ਲਈ ਉਹਨੂੰ ਪੈਸੇ ਦੀ ਜ਼ਰੂਰਤ ਹੈ, ਇਸ ਲਈ ਇੱਕ ਫੀ ਚਾਰਜ ਕਰਦੀ ਹੈ। ਇਹ ਫੀ ਚਾਰਜ ਬੇਸਿਕਲੀ ਡਿਫਰੈਂਟ ਨਾਮਸ ਦੇ ਉੱਤੇ ਕੀਤੀ ਜਾਂਦੀ ਹੈ, ਡਿਫਰੈਂਟ ਵਰਕਸ ਦੇ ਨਾਮ ਦੇ ਉੱਤੇ ਕੀਤੀ ਜਾਂਦੀ ਹੈ, ਜਿਸ ਨੂੰ ਆਪਾਂ ਟੈਕਸ ਕਹਿ ਦਿੰਦੇ ਹਾਂ, ਜਿਸ ਨੂੰ ਆਪਾਂ ਟੈਕਸ ਕਹਿੰਦੇ ਹਾਂ। ਹੁਣ ਟੈਕਸ ਅੱਗੋਂ ਕਈ ਤਰ੍ਹਾਂ ਦਾ ਹੁੰਦਾ ਹੈਗਾ। ਠੀਕ ਹੈ, ਡਿਫਰੈਂਟ ਅਸੀਂ ਚੀਜ਼ਾਂ ਕਰਦੇ ਹੈਗੇ ਆ। ਅਸੀਂ ਕੋਈ ਪੈਸਾ ਕਮਾ ਰਹੇ, ਸਾਡੀ ਸੈਲਰੀ ਆ ਰਹੀ ਹੈਗੀ ਹੈ, ਪ੍ਰੋਫੈਸ਼ਨਲ ਇਨਕਮ ਆ ਰਹੀ ਹੈ, ਕੁਝ ਵੀ ਆ ਰਿਹਾ, ਉਸ ਦੇ ਉੱਤੇ ਸਰਕਾਰ ਇੱਕ ਟੈਕਸ ਲੈ ਲੈਂਦੀ ਹੈ, ਇਨਕਮ ਟੈਕਸ। ਅਸੀਂ ਮਾਰਕੀਟ ਦੇ ਵਿੱਚ ਜਾ ਕੇ ਕੁਝ ਵੀ ਗੁੱਡਸ ਪਰਚੇਸ ਕਰਦੇ ਹਾਂ, ਕੁਝ ਵੀ ਬੇਸਿਕਲੀ ਕੋਈ ਸਰਵਿਸਿਜ਼ ਅਵੇਲ ਕਰ ਰਹੇ ਹੈਗੇ ਆ, ਹੋਟਲ 'ਚ ਜਾ ਕੇ ਖਾਣਾ ਖਾ ਰਹੇ ਹਾਂ, ਠੀਕ ਹੈ, ਕਿਸੇ ਰੈਸਟੋਰੈਂਟ 'ਚ ਬੈਠ ਰਹੇ ਹਾਂ, ਕਿਤੇ ਪੜ੍ਹਾਈ ਕਰ ਰਹੇ ਹਾਂ, ਕਿਸੇ ਇੰਸਟੀਟਿਊਟ 'ਚ ਜਾ ਰਹੇ ਹਾਂ, ਤਾਂ ਹਰ ਚੀਜ਼ ਦੇ ਉੱਤੇ ਕੋਈ ਗੁੱਡਸ ਹੈ ਪਰਚੇਸ ਕਰ ਰਹੇ ਮਾਰਕੀਟ ਦੇ ਵਿੱਚ। ਤੁਸੀਂ ਸੌਪ ਤੋਂ ਲੈ ਕੇ ਬਿਸਕਿਟ ਤੋਂ ਕੋਈ ਕਾਰ, ਮੋਟਰ ਕਾਰ ਤੱਕ ਪਰਚੇਸ ਕਰ ਰਹੇ ਹੋ, ਹਰ ਚੀਜ਼ ਦੇ ਉੱਤੇ ਤੁਹਾਨੂੰ ਕੁਝ ਨਾ ਕੁਝ ਸਰਕਾਰ ਨੂੰ ਟੈਕਸ ਪੇ ਕਰਨਾ ਪਏਗਾ। ਐਂਡ ਅਗਰ ਕੋਈ ਪਰਸਨ ਇੰਡੀਆ ਦੇ ਵਿੱਚ ਟੈਕਸ ਪੇ ਨਹੀਂ ਕਰਦਾ ਤਾਂ ਉਸ ਦੇ ਲਈ ਗਵਰਨਮੈਂਟ ਦੇ ਲੀਗਲ ਪ੍ਰੋਸੀਜਰ ਵਰਕ ਕਰਦੇ ਨੇ, ਉਸ ਨੂੰ ਇੱਥੇ ਪਨਿਸ਼ਮੈਂਟ ਵੀ ਦਿੱਤੀ ਜਾ ਸਕਦੀ ਹੈ। ਤਾਂ ਦੈਟ ਇਜ਼ ਟੈਕਸ। ਹੁਣ ਟੈਕਸ ਦੀ ਗੱਲ ਕਰਦੇ ਹਾਂ ਤਾਂ ਟੈਕਸ ਬੇਸਿਕਲੀ ਦੋ ਤਰ੍ਹਾਂ ਦਾ ਹੁੰਦਾ। ਵਨ ਇਜ਼ ਇਨਡਾਇਰੈਕਟ ਟੈਕਸ ਐਂਡ ਸੈਕੰਡ ਇਜ਼ ਇਨਡਾਇਰੈਕਟ ਟੈਕਸ। ਡਾਇਰੈਕਟ ਟੈਕਸਿਸ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਡਾਇਰੈਕਟ ਟੈਕਸਿਸ ਕੀ ਹੁੰਦੇ ਆ। ਜਿਹੜੇ ਟੈਕਸ ਡਾਇਰੈਕਟਲੀ ਜਿਸ ਬੰਦੇ ਤੇ ਲਗਾਏ ਜਾ ਰਹੇ ਆ ਉਸੇ ਬੰਦੇ ਦੇ ਦੁਆਰਾ ਪੇ ਕੀਤੇ ਜਾਣ, ਉਸ ਟੈਕਸ ਨੂੰ ਕਹਿੰਦੇ ਆ ਡਾਇਰੈਕਟ ਟੈਕਸਿਸ। ठीक है, that is common point of incidence of tax। common point of incidence of tax यानी कि जिस पर्सन ਦੇ ਉੱਤੇ टैक्स लग रहा है वही पर्सन डायरेक्टली सरकार ਨੂੰ टैक्स पे कर रहा है। जस्ट लाइक फॉर एग्जांपल इनकम टैक्स। ਹੁਣ जो बंदा इनकम कमा रहा है वो बंदा डायरेक्टली अपनी इनकम का कुछ टैक्स, कुछ हिस्सा सरकार ਨੂੰ पे कर रहा है। इनकम टैक्स। वेल्थ टैक्स, हालांकि वेल्थ टैक्स ਹੁਣ ਅਬੋਲਿਸ਼ ਹੋ ਚੁੱਕਿਆ ਇੰਡੀਆ ਦੇ ਵਿੱਚ, ਇਸ ਦੇ ਉੱਤੇ ਸਿਰਫ ਸਰਚਾਰਜ ਲੱਗਦਾ। वेल्थ टैक्स ਅਬੋਲਿਸ਼ ਹੋ ਚੁੱਕਿਆ ਹੈਗਾ। ਉਸ ਤੋਂ ਬਾਅਦ ਅੱਗੇ ਗੱਲ ਕਰੀਏ ਕੈਪੀਟਲ ਗੇਨ ਟੈਕਸ। ਕੈਪੀਟਲ ਗੇਨ ਟੈਕਸ, ਕਾਰਪੋਰੇਟ ਟੈਕਸ, minimum alternate tax। These are the examples of the direct taxes in India। direct taxes ਕੀ ਹੁੰਦੇ ਨੇ? ਉਹ ਟੈਕਸ ਜਿਹੜੇ ਕਿ ਡਾਇਰੈਕਟਲੀ ਜਿਸ ਪਰਸਨ ਦੇ ਉੱਤੇ ਲੱਗ ਰਹੇ ਨੇ ਉਹ ਪਰਸਨ ਡਾਇਰੈਕਟਲੀ ਗਵਰਨਮੈਂਟ ਆਫ ਇੰਡੀਆ ਨੂੰ ਪੇ ਕਰ ਰਿਹਾ ਹੈਗਾ, ਗਵਰਨਮੈਂਟ ਨੂੰ ਪੇ ਕਰ ਰਿਹਾ ਹੈਗਾ। ਐਂਡ the second one is indirect taxes। indirect taxes ਉਹ ਟੈਕਸਿਸ ਹੁੰਦੇ ਨੇ ਜਿਹੜੇ ਕਿ ਜਿਸ ਬੰਦੇ ਦੇ ਉੱਤੇ ਐਕਚੁਅਲੀ ਲਗਾਏ ਜਾ ਰਹੇ ਨੇ ਉਹ ਬੰਦਾ ਸਰਕਾਰ ਨੂੰ ਪੇ ਨਹੀਂ ਕਰਦਾ, ਉਹ ਡਾਇਰੈਕਟਲੀ ਸਰਕਾਰ ਨੂੰ ਪੇ ਨਹੀਂ ਕਰਦਾ। ਠੀਕ ਹੈ, ਉਹ ਕਿਸੇ ਹੋਰ ਨੂੰ ਪੇ ਕਰਦਾ, ਉਹ ਅੱਗੋਂ ਪੇ ਕਰਦਾ।
ਤਾਂ ਆਪਾਂ ਕਹਿ ਸਕਦੇ ਹਾਂ ਡਿਫਰੈਂਟ ਪੁਆਇੰਟ ਆਫ ਇਨਸੀਡੈਂਸ ਆਫ ਟੈਕਸ, ਡਿਫਰੈਂਟ ਪੁਆਇੰਟ ਆਫ ਇਨਸੀਡੈਂਸ ਆਫ ਟੈਕਸ। ਕਲੀਅਰ? ਜਸਟ ਲਾਈਕ ਸਰਵਿਸ ਟੈਕਸ, service tax, VAT, value added tax, excise duty, custom duty, clear? Many more ਇੱਥੇ ਕਈ ਸਾਰੇ ਹੋਰ ਹੈਗੇ ਨੇ, and these are the examples of the direct and indirect taxes. So ਆਪਾਂ ਇਸ ਵੀਡੀਓ ਦੇ ਵਿੱਚ GST ਦੀ ਗੱਲ ਕਰ ਰਹੇ ਹਾਂ। GST is an example of the indirect taxes। ਤਾਂ ਵੱਧਦੇ ਆ ਅੱਗੇ indirect taxes ਦੀ ਹੋਰ ਗੱਲ ਕਰਦੇ ਆ, indirect taxes ਦੇ ਹੋਰ ਅੱਗੇ ਵੱਧਦੇ ਆ। ਤਾਂ indirect tax structure ਦੀ ਆਪਾਂ ਗੱਲ ਕਰਦੇ ਆ ਤਾਂ indirect tax structure ਦੇ ਵਿੱਚ ਕਿਹੜੇ ਟੈਕਸ ਇੱਥੇ ਸੈਂਟਰਲ ਗਵਰਨਮੈਂਟ ਲੈਂਦੀ ਹੈ। ਕੁਝ ਟੈਕਸਿਸ ਇੱਥੇ indirect ਦੇ ਵਿੱਚ ਇਦਾਂ ਦੇ ਜਿਹੜੇ ਕਿ ਸੈਂਟਰਲ ਗਵਰਨਮੈਂਟ ਲੈਂਦੀ ਹੈ, ਜਸਟ ਲਾਈਕ ਕਸਟਮ ਡਿਊਟੀ, ਐਕਸਾਈਜ਼ ਡਿਊਟੀ, ਸੈਂਟਰਲ ਸੇਲਸ ਟੈਕਸ, सर्विस टैक्स। ये सेंटर गवर्नमेंट के द्वारा लगाए गए टैक्सेस ने कि जो सेंटर गवर्नमेंट इतने टैक्सेस लैंदी है। एंड जो आप स्टेट की गल करते हैं तो इतने स्टेट भी कुछ टैक्सेस नूं लैंदा है, इंडायरेक्ट टैक्सेस लैंदा है, दैट इज वैट, लग्जरी टैक्स, परचेज टैक्स, एंटरटेनमेंट टैक्स, एंट्री टैक्स। क्लियर? दीज आर द टैक्सेस लेड बाय द स्टेट गवर्नमेंट एंड सेंटर गवर्नमेंट रिस्पैक्टिवली। ਤਾਂ ਇਹ ਇਨਡਾਇਰੈਕਟ ਟੈਕਸਿਸ ਨੇ, ਇਨਡਾਇਰੈਕਟ ਟੈਕਸਿਸ ਨੇ। ਹੁਣ ਇਨਡਾਇਰੈਕਟ ਟੈਕਸਿਸ ਦੇ ਵਿੱਚ ਨਾ ਬਹੁਤ ਸਾਰੇ ਲੈਕ ਸੀਗੇ, ਬਹੁਤ ਸਾਰੇ ਲੈਕ ਸੀ ਇੰਡੀਆ ਦੇ ਵਿੱਚ ਇਨਡਾਇਰੈਕਟ ਟੈਕਸਿਸ ਨੂੰ ਲੈ ਕੇ। ਐਂਡ ਵਨ ਆਫ ਦਾ ਮੇਨ ਲੈਕ ਇਜ਼ ਕੈਸਕੇਡਿੰਗ ਇਫੈਕਟ। ਕੈਸਕੇਡਿੰਗ ਇਫੈਕਟ। ਨਾਓ ਵਾਟ ਇਜ਼ ਕੈਸਕੇਡਿੰਗ ਇਫੈਕਟ? ਕੈਸਕੇਡਿੰਗ ਇਫੈਕਟ ਇਜ਼ ਕਿ ਇੱਕ ਅਮਾਉਂਟ ਜਿਸ ਦੇ ਉੱਤੇ ਟੈਕਸ ਲੱਗ ਚੁੱਕਿਆ ਹੈਗਾ ਉਸ ਦੇ ਉੱਤੇ ਫਿਰ ਤੋਂ ਟੈਕਸ ਲੱਗਦਾ ਰਹਿਣਾ। ਜਸਟ ਲਾਈਕ ਲੈਟਸ ਟੇਕ ਐਨ ਐਗਜ਼ਾਮਪਲ। ਮੰਨ ਲਓ ਕੋਈ ਗੁੱਡ ਹੈ, ਕੋਈ प्रोडक्ट हैगा, कोई भी प्रोडक्ट हैगा, ठीक है। मान लो कुछ भी आप ले लें, मान लो एक टायर है, ठीक है, एक टायर है। ਹੁਣ उस टायर ਨੂੰ ਬਣਾਉਣ ਵਾਸਤੇ, टायर ਨੂੰ ਬਣਾਏਗਾ कौन? एक मैन्युफैक्चरर ਬਣਾਏਗਾ। मैन्युफैक्चरर ने उस टायर ਨੂੰ ਬਣਾਉਣ ਵਾਸਤੇ एक रॉ मटीरियल परचेज ਕੀਤਾ, एक रॉ मटीरियल परचेज ਕੀਤਾ। और रॉ मटीरियल ਉਸ ਨੂੰ ਕੋਸਟ ਕੀਤੀ 100 रुपीज ਦੀ। क्लियर? ਉਸ ਦੀ ਕੋਸਟ ਸੀਗੀ 100 रुपीज। ਹੁਣ 100 रुपीज ਦੀ ਸੀਗੀ ਤਾਂ ਮੈਨੂਫੈਕਚਰਰ ਨੇ ਉਸ ਦੇ ਉੱਤੇ ਖਰਚਾ ਕੀਤਾ ਕਿਉਂਕਿ ਉਸਨੇ ਟਾਇਰ ਬਣਾਇਆ। तो जो उसने बनाया प्रोडक्ट ਨੂੰ बनाया तो उसके उत्ते उसकी लेबर या सारा कुछ जो उसने मेहनत की मिला के लग लो 50 रुपीज का खर्चा उसने करता, 50 रुपीज का खर्चा उसने कर दिता। एक चीज इहदे ध्यान नाल देखियो कि जो उसने रॉ मटीरियल 100 रुपए का खरीदा सीगा मैन्युफैक्चरर ने, ठीक है, उसने जिस मैन्युफैक्चरर ने जिस कंपनी तो रॉ मटीरियल खरीदा, मैन्युफैक्चरर ने उसनों भी कुछ टैक्स दिता होएगा। मान लो द टैक्स इज 10%, तो इसने 100 रुपीज के उत्ते 10 रुपए का टैक्स जिहड़ा है वो इत्थे पे किया होएगा, 10 रुपए का टैक्स इत्थे पे किया होएगा। तो हुण इत्थे रॉ मटीरियल ऐड करके मैन्युफैक्चरर ने 50 रुपए का खर्चा किया तो टोटल कोस्ट इत्थे कितनी होगी? 150 रुपए, 150 रुपीज। हुण 150 रुपीज के उत्ते 10% टैक्स है, 10% टैक्स है, 10% टैक्स, 10% कितना हो गया? 15 रुपए। 10% कितना हो गया? 15 रुपए। बट वो बंदा तो 10 रुपए टैक्स पहले ही दे चुका है, 100 रुपए के उत्ते तो उन्हें टैक्स पहले ही दिता है, फिर तो टैक्स लग गया, फिर तो उसके उत्ते टैक्स लग रहा है। सिमिलरली जो मैन्युफैक्चरर ने प्रोडक्ट होलसेलर ਨੂੰ ਵੇਚਿਆ ਤਾਂ ਹੋਲਸੇਲਰ ਨੇ ਮੰਨ ਲਓ ਇੱਥੇ 150 ਰੁਪਏ ਦਾ ਖਰੀਦਿਆ ਸੀ, ਹਲੇ ਮੈਂ ਟੈਕਸ ਕਾਊਂਟ ਨਹੀਂ ਕਰ ਰਿਹਾ ਵਿੱਚ, ਠੀਕ ਹੈ, ਟੈਕਸ ਦੀ ਆਪਾਂ ਗੱਲ ਨਹੀਂ ਕਰ ਰਹੇ। ਤਾਂ ਹੋਲਸੇਲਰ ਨੇ ਵੀ ਇੱਥੇ ਕੁਝ ਪ੍ਰੋਫਿਟ ਕਮਾਣਾ, ਮੰਨ ਲਓ 20 ਰੁਪਏ ਕਮਾ ਰਿਹਾ ਹੈਗਾ, ਠੀਕ ਹੈ, 20 ਰੁਪਏ ਨੇ ਆਪਣਾ ਮਾਰਜਨ ਰੱਖ ਲਿਆ, 20 ਰੁਪਏ ਨੇ ਆਪਣਾ ਮਾਰਜਨ ਇੱਥੇ ਰੱਖ ਲਿਆ। ਤਾਂ ਪ੍ਰੋਡਕਟ ਕਿੰਨੇ ਦਾ ਹੋ ਗਿਆ? 170 ਰੁਪੀਸ ਦਾ ਹੋ ਗਿਆ, 170 ਰੁਪੀਸ ਦਾ ਹੋ ਗਿਆ। ਹੁਣ 170 ਦੇ ਉੱਤੇ ਫਿਰ ਤੋਂ 10% ਟੈਕਸ ਦੀ ਜਦੋਂ ਆਪਾਂ ਗੱਲ ਕਰਦੇ ਆ, ਇਹ ਕਿੰਨਾ ਹੋ ਗਿਆ? 17 ਰੁਪੀਸ, 17 रुपए। 17 रुपए इतने टैक्स हो गया तो देखो 15 रुपए टैक्स तो पहले ही पिया होया है, 10 ते 5, ठीक है, बट इतने फिर 17 रुपए टैक्स पे करना पै रहा है। तो ये सारा ऐड हो रहा है, पहला 10 उत्थे ऐड हो रहे थे, टैक्स कितना हो गया? 10 रुपए प्लस 15 रुपए प्लस 17 रुपए। उस तो बाद रिटेलर को लाऊगा तो रिटेलर ने भी मान लो 10 रुपए कमाने है, ठीक है, 170 ਦੇ ਵਿੱਚ 180 हो गया तो ये भी टैक्स लै रहा है, 10% लेगा तो 18 रुपए हो जाएंगे, ठीक है। तो तुसी देखो एक 100 रुपए का प्रोडक्ट सीगा ਜਿਹੜਾ ਕਿ 3 ਬੰਦਿਆਂ ਤੋਂ ਨਿਕਲਦਾ 180 ਰੁਪਏ ਦਾ ਹੋ ਗਿਆ, ਬਟ ਉਸ ਦੇ ਉੱਤੇ ਟੈਕਸ ਕਿੰਨਾ ਹੋ ਗਿਆ? ਠੀਕ ਹੈ, 60 ਰੁਪਏ ਉਸ ਦੇ ਉੱਤੇ ਟੈਕਸ ਹੋ ਗਏ, 60 ਰੁਪਏ ਤਾਂ ਉਸ ਦੇ ਉੱਤੇ ਸਿਰਫ ਟੈਕਸ ਹੋ ਗਿਆ। ਹੋ ਕੀ ਰਿਹਾ ਹੈਗਾ ਕਿ ਜਿਸ ਅਮਾਉਂਟ ਦੇ ਉੱਤੇ ਉਸਨੇ ਆਲਰੇਡੀ ਟੈਕਸ ਪੇ ਕਰਤਾ ਉਸ ਦੇ ਉੱਤੇ ਫਿਰ ਤੋਂ ਟੈਕਸ ਲੱਗੀ ਜਾ ਰਿਹਾ, ਫਿਰ ਤੋਂ ਟੈਕਸ ਲੱਗੀ ਜਾ ਰਿਹਾ। ਇਸ ਨੂੰ ਕਹਿੰਦੇ ਨੇ ਕੈਸਕੇਡਿੰਗ ਇਫੈਕਟ ਆਫ ਟੈਕਸ, ਕੈਸਕੇਡਿੰਗ ਇਫੈਕਟ ਆਫ ਟੈਕਸ। ਤਾਂ ਇਸ ਕੈਸਕੇਡਿੰਗ ਇਫੈਕਟ ਨੂੰ ਰਿਮੂਵ ਕਰਨਾ ਵਨ ਆਫ ਦਾ ਮੇਨ ਰੀਜ਼ਨ ਸੀਗਾ ਕਿ इनडायरैक्ट टैक्सेस ਦੇ ਵਿੱਚ ਰਿਫਾਰਮਸ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਨਡਾਇਰੈਕਟ ਟੈਕसेस ਦੇ ਵਿੱਚ ਜਿਹੜਾ ਬਰਡਨ ਹੈਗਾ ਐਟ ਦਾ ਲਾਸਟ ਪਬਲਿਕ ਬਰਡਨ ਬਹੁਤ ਜ਼ਿਆਦਾ ਇੰਕਰੀਜ਼ ਹੋ ਰਿਹਾ, ਪਬਲਿਕ ਬਰਡਨ ਬਹੁਤ ਜ਼ਿਆਦਾ ਇੰਕਰੀਜ਼ ਹੋ ਰਿਹਾ, ਉਹਨਾਂ ਨੂੰ ਬਹੁਤ ਜ਼ਿਆਦਾ ਟੈਕसेस ਪੇ ਕਰਨੇ ਪੈ ਰਹੇ ਨੇ। ਕਲੀਅਰ? ਤਾਂ ਇੱਕ ਬਹੁਤ ਹੀ ਕੰਪਲੈਕਸਿਟੀ ਇੱਥੇ ਟੈਕसेस ਦੀ ਆ ਚੁੱਕੀ ਹੋਈ ਸੀਗੀ। ਤਾਂ ਉਸ ਤੋਂ ਬਾਅਦ 1986 ਦੇ ਵਿੱਚ ਇਹ ਸਾਰਾ ਕੁਝ ਚੱਲਦਾ ਆ ਰਿਹਾ ਸੀਗਾ। ਤਾਂ 1986 ਦੇ ਵਿੱਚ ਕੀ ਹੋਇਆ? ਝਾ ਕਮੇਟੀ ਨੇ
झा कमेटी अगे आई तो इन्हें वैल्यू एडिड टैक्सिस इंडिया दे विच रिलीज किए, वैल्यू एडिड टैक्सिस इन्हें इंडिया दे विच अनाउंस किए एंड इन्हों नाम दिता गया मोड वैट, मोडिफाइड वैट, मोडिफाइड वैट। क्लियर, मोड वैट दे मोडिफाइड वैट दे मेन परपस की सीगे, कैस्केडिंग बर्डन ਨੂੰ ਰਿਮੂਵ ਕਰਨਾ, ਰੈਸ਼ਨਲਾਈਜੇਸ਼ਨ ਕਰਨਾ ਤੇ ਡਬਲ ਟੈਕਸੇਸ਼ਨ ਨੂੰ ਰਿਮੂਵ ਕਰਨਾ ਐਂਡ ਉਸ ਤੋਂ ਬਾਅਦ ਮੋਡੀਫਾਈਡ ਵੈਟ ਨੂੰ ਰੀਨੇਮ ਕਰਕੇ ਨਾਮ ਦੇ ਦਿੱਤਾ ਗਿਆ ਸੈਨ ਵੈਟ, ਯਾਨੀ ਕਿ ਸੈਂਟਰਲ ਵੈਟ, ਸੈਂਟਰਲ ਵੈਟ। ਕਲੀਅਰ, ਤਾਂ ਸੈਨ ਵੈਟ ਕੀ ਹੁੰਦਾ ਸੀਗਾ, ਬੇਸਿਕਲੀ ਸੈਂਟਰਲ ਐਕਸਾਈਜ਼ ਡਿਊਟੀ ਦੇ ਉੱਤੇ ਜਿਹੜਾ ਵੈਟ ਲੱਗਦਾ ਸੀਗਾ ਉਹਨੂੰ ਆਪਾਂ ਸੈਨ ਵੈਟ ਇੱਥੇ ਕਹਿ ਰਹੇ ਸੀਗੇ। ਕਲੀਅਰ, ਹੁਣ ਸੈਨ ਵੈਟ ਨੇ ਬੇਸਿਕਲੀ ਕੀ ਕੀਤਾ, ਕੁਝ ਹੱਦ ਤੱਕ ਇੱਥੇ ਰਿਮੂਵ ਕੀਤਾ कि कैस्केडिंग इफेक्ट किद्दां रिमूव किया, एक बारी तो पे करना पैंदा सीगा, मान लो मैन्युफैक्चरर है ना, तो मैन्युफैक्चरर ने एक बारी तो टैक्स पे किया ही किया, बाद च उन्होंने रिटर्न आ जाता सीगा, बाद च उन्होंने रिटर्न आ जाता सीगा। तो ये बड़ी कंपलैक्सिटी सीगी, कुछ एग्जाम्प्ट आइटम भी सीगियां, कुछ एग्जाम्प्ट आइटम सीगियां जिहड़ियां कि बाहर रखिया गई सीगियां कि जिन्हां दे उत्ते रिटर्न नहीं आएगा। ठीक है, तो एक बहुत कंपलैक्सिटी फिर तो इंक्रीज हो रही सीगी। पहला तो कैस्केडिंग इफेक्ट चल रहा सीगा, उसके चलते चलो एक रिटर्न वाला ऑप्शन ऐड करता कि एक बारी सैन वैट भरिया उस तो बाद रिटर्न आ जा करेगा, रिटर्न आ जा करेगा। ठीक है, इत्थे रिटर्न का एक ऑप्शन रखता, बट उस रिटर्न के ऑप्शन के नाल भी जिहड़ियां आइटम्स एग्जाम्प्ट रख दित्तियां गईयां सैन वैट तो उन्हां बारे की, उन्हां दे उत्ते तां अज भी बर्डन बहुत इंक्रीज हो रहा, उन्हां प्रोडक्ट्स नूं लैके तां बर्डन हाले भी बहुत इंक्रीज हो रहा। तो इसलिए नीड सीगी कि एक इदां दे टैक्स की जिहड़ा कि इन्हां इनडायरैक्ट टैक्सिस का कैस्केडिंग इफेक्ट जिहड़ा हैगा उसनूं खत्म करे। तो इसलिए नीड सीगी एक सिंगल टैक्स की जिहड़ा कि ये सारे टैक्सिस नूं खत्म करके एक इदां दा टैक्स आवे कि जिहड़ा कैस्केडिंग इफेक्ट नूं इत्थे मेनटेन करें। द मेन प्रॉब्लम इज कैस्केडिंग इफेक्ट, कैस्केडिंग इफेक्ट। क्लियर, तो उस तो बाद एग्जाम्प्ट सैक्टर्स जिहड़े कि सैन वैट तो बाहर रखे गए सीगे, जिहड़े कि सैन वैट का क्लेम नहीं लै सकते सीगे, जिन्हां दे प्रोडक्ट्स दे उत्ते तुसीं नहीं क्लेम लै सकते सीगे। तो उस तो बाद गल स्टार्ट हुंदी है जीएसटी की। तो 2003 दे विच 2003 दे विच वाजपेयी साहब की सरकार दे विच बनाई गई एक कमेटी, दैट इज विजय केलकर कमेटी, रेकमेंड करती हैगी है जीएसटी, गुड्स एंड सर्विसेज टैक्स का रिकमेंडेशन आता है, दैट इज इन 2003। पहली बारी इंडिया दे विच कि जिन्ने भी इनडायरैक्ट टैक्सिस दे उत्ते बेसिक इनडायरैक्ट टैक्सिस नूं लैके टैक्सिस लग रहे हैं गुड्स एंड सर्विसेज दे उत्ते, उन्हां नूं रिमूव करके एक सिंगल टैक्स लेके आया जाए, दैट इज गुड्स एंड सर्विसेज टैक्स। गुड्स एंड सर्विसेज टैक्स, सारे सेंट्रल स्टेट टैक्सिस ते इंटरस्टेट टैक्सिस नूं खत्म करके असीं लेके आईए एक सिंगल टैक्स, एक सिंगल टैक्स। ਇਹ ਜਿਹੜਾ ਸਜੈਸ਼ਨ ਸੀਗਾ ਇਹ ਕੇਲਕਰ ਕਮੇਟੀ ਨੇ ਦਿੱਤਾ। ਕੇਲਕਰ ਕਮੇਟੀ ਬੇਸਿਕਲੀ ਇਨਡਾਇਰੈਕਟ ਟੈਕਸਿਸ ਦੇ ਉੱਤੇ ਹੀ ਵਰਕ ਕਰ ਰਹੀ ਸੀਗੀ। ਉਸ ਤੋਂ ਬਾਅਦ 2006-7 ਦੇ ਵਿੱਚ 2006-7 ਦੇ ਵਿੱਚ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਸੀਗੇ ਪੀ ਚਿਦੰਬਰਮ ਸਾਹਿਬ, ਤਾਂ ਚਿਦੰਬਰਮ ਜੀ ਨੇ ਆਪਣੀ ਬਜਟ ਸਪੀਚ ਦੇ ਵਿੱਚ ਅਨਾਉਂਸ ਕੀਤਾ ਕਿ 2010 ਦੇ ਵਿੱਚ ਇੰਡੀਆ ਲਾਂਚ ਕਰੇਗਾ ਇੱਕ ਨੈਸ਼ਨਲ ਲੈਵਲ ਤੇ ਗੁੱਡਸ ਐਂਡ ਸਰਵਿਸਿਜ਼ ਟੈਕਸ। ठीक है, गुड्स एंड सर्विसेज टैक्स 2010 ਦੇ ਵਿੱਚ, ਤਾਂ ਜਿਸ ਨੂੰ ਲੈ ਕੇ ਸਟੇਟਸ ਨੂੰ ਰეკਮੈਂਡੇਸ਼ਨ ਭੇਜ ਦਿੱਤਾ ਗਿਆ, ਸਟੇਟਸ ਵਰਕ ਕਰਨਾ ਸਟਾਰਟ ਕਰਨ, ਕਮੇਟੀਜ਼ ਬਣਾਉਣ, ਤਾਂ ਇੱਥੇ ਸਭ ਕੁਝ ਪ੍ਰੋਸੀਜਰ ਸਟਾਰਟ ਹੋ ਗਿਆ। ਬਟ ਜੀਐਸਟੀ ਦੇ ਵਿੱਚ ਸਟੇਟਸ ਦਾ ਇਨਵੋਲਵ ਹੋਣਾ ਬਹੁਤ ਜ਼ਰੂਰੀ ਸੀਗਾ, ਕਿਉਂਕਿ ਬੇਸਿਕਲੀ ਟੈਕਸੇਸ਼ਨ ਜਿਹੜਾ ਹੈਗਾ ਸਟੇਟਸ ਲੈਵਲ ਤੇ ਅਪਲਾਈ ਹੁੰਦਾ ਹੈਗਾ, ਸੈਂਟਰਲ ਲੈਵਲ ਤੇ ਅਪਲਾਈ ਹੁੰਦਾ, ਤਾਂ ਇੰਡੀਆ ਦੇ ਫੈਡਰਲ ਸਟਰਕਚਰ ਨੂੰ ਇਹ ਇਫੈਕਟ ਕਰ ਰਿਹਾ ਸੀਗਾ, ਇੰਡੀਆ ਦੇ ਫੈਡਰਲ ਸਟਰਕਚਰ ਨੂੰ ਇਹ इफेक्ट कर रहा है। नॉट ओनली इनडायरेक्ट टैक्सिस लिव्ड बाय द सेंट्रल गवर्नमेंट बट स्टेट्स के द्वारा भी इत्थे जिहड़े टैक्सिस लगाए जाते सीगे उन्हां नूं भी इत्थे मर्ज करके एक सिंगल टैक्स की रिक्वायरमेंट सीगी। तो जीएसटी नूं लैके स्टेट्स नूं रिकमेंडेशंस भेजा गया, स्टेट्स ने भी वर्क किया। 2011 दे विच बिल प्रेजेंट किया गया लोक सभा दे विच। 2011 दे विच कॉन्स्टिट्यूशनल अमेंडमेंट बिल दैट इज 115th अमेंडमेंट बिल लोक सभा दे विच इंट्रोड्यूस होया सीगा, बट ये बिल उत्थे पास नहीं हो पाया, ये बिल उत्थे पास नहीं हो पाया। उस तो बाद 2014 दे विच गवर्नमेंट चेंज हो जाती है ते नवी सरकार आके इस दे उत्ते वर्क करना स्टार्ट कर दी है एंड उस तो बाद 122nd कॉन्स्टिट्यूशनल अमेंडमेंट बिल इत्थे प्रेजेंट किया जाता हैगा, दैट इज फॉर द जीएसटी। 122वां अमेंडमेंट बिल प्रेजेंट किया जाता हैगा ते ये बिल लोक सभा ते राज सभा साडे पार्लियामेंट हाउसेस दे विच पास किया जाता हैगा। क्लियर, तां जीएसटी इत्थे फिर इंडिया दे विच इंट्रोड्यूस किया जाता है क्योंकि साढ़े पार्लियामेंट हाउसेस इसनूं पास कर देते हैं। नाउ व्हाट इज जीएसटी एक्चुअली? जीएसटी है कि जीएसटी हैगा कि अगर इंडिया दे विच कोई कंज्यूमर गुड्स परचेज करता है, सर्विसेज नूं अवेल करता हैगा, क्लियर, उस दे उत्ते उसनूं एक टैक्स पे करना पेगा, एक सिंगल टैक्स दैट इज गुड्स एंड सर्विसेज टैक्स। क्लियर, एक सिंगल कॉम्प्रीहेंसिव टैक्स ਜਿਹੜਾ कि बाकी सारे टैक्सिस ਨੂੰ खत्म कर ਦਿੰਦਾ, बाकी ਤੁਸੀਂ ਕਿਸੇ ਤਰ੍ਹਾਂ ਦਾ ਹੋਰ टैक्स पे नहीं करना हैगा। ठीक है, गुड्स एंड सर्विसेज ਦੀ सप्लाई वास्ते ਤੁਸੀਂ एक ही टैक्स पे करना हैगा। क्लियर, मैन्युफैक्चरर तो लेके कंज्यूमर तक एक ही बारी टैक्स पे होएगा, वारी टैक्स पे नहीं होएगा। क्लियर, वारी टैक्स
ਪੇ ਇੱਥੇ ਨਹੀਂ ਕੀਤਾ ਜਾਏਗਾ। ਤਾਂ ਹੁਣ ਇੱਥੇ GST ਨੂੰ ਲੈ ਕੇ ਆਉਣ ਦੀ ਕੀ ਲੋੜ ਸੀਗੀ, ਇਹ ਮੈਂ ਆਲਰੇਡੀ ਦੱਸ ਚੁੱਕਿਆ, ਕੈਸਕੇਡਿੰਗ ਇਫੈਕਟ ਆਫ ਟੈਕਸ, ਕਲੀਅਰ। ਬਟ ਹੁਣ ਇੱਥੇ ਵਰਕ ਕਿੱਦਾਂ ਚੱਲਦਾ ਹੈਗਾ, ਹੁਣ ਇੱਥੇ GST ਦਾ ਮੈਕੈਨਿਜ਼ਮ ਵਰਕ ਕਿੱਦਾਂ ਹੈਗਾ। ਦੇਖੋ ਮੈਨੂਫੈਕਚਰਰ ਨੇ ਕੋਈ ਪ੍ਰੋਡਕਟ ਬਣਾਇਆ, ਮੰਨ ਲਓ ਸੇਮ ਐਗਜ਼ਾਮਪਲ ਲੈ ਲੈਣੇ, 100 ਰੁਪੀਜ਼ ਦਾ ਉਸਨੇ ਰॉ ਮਟੀਰੀਅਲ ਪਰਚੇਸ ਕੀਤਾ ਸੀਗਾ, 100 ਰੁਪੀਜ਼ ਦਾ ਰॉ ਮਟੀਰੀਅਲ ਪਰਚੇਸ ਕੀਤਾ, 50 ਰੁਪੀਜ਼ ਉਸਨੇ ਆਪਣੇ ਐਡ ਔਨ ਕੀਤੇ, 50 ਰੁਪੀਜ਼ ਉਸਨੇ ਆਪਣੇ ਐਡ ਔਨ ਕੀਤੇ ਜੋ ਉਸਨੇ ਵਰਕ ਕੀਤਾ, ਤਾਂ 150 ਰੁਪੀਜ਼ ਦਾ ਇਹ ਪ੍ਰੋਡਕਟ ਸੀਗਾ, 150 ਰੁਪੀਜ਼ ਦਾ ਪ੍ਰੋਡਕਟ ਸੀਗਾ। ਤਾਂ ਜਦੋਂ ਉਹਨੇ ਰॉ ਮਟੀਰੀਅਲ ਖਰੀਦਿਆ ਸੀਗਾ, ਮੰਨ ਲਓ 10% ਹੀ ਟੈਕਸ ਹੈ, ਤਾਂ 10% ਟੈਕਸ ਆਲਰੇਡੀ ਪੇ ਕੀਤਾ ਸੀਗਾ, 10% ਟੈਕਸ ਆਲਰੇਡੀ ਪੇ ਕੀਤਾ ਸੀਗਾ, ਯਾਨੀ ਕਿ 10 ਰੁਪਏ ਟੈਕਸ ਸੀਗੇ ਆਲਰੇਡੀ, ਕਲੀਅਰ। ਤਾਂ ਹੁਣ ਇੱਥੇ 150 ਰੁਪਏ ਹੋ ਗਿਆ, ਇਸ ਦੇ ਉੱਤੇ 10% ਟੈਕਸ ਕਿੰਨਾ ਹੋ ਗਿਆ, 15 ਰੁਪਏ, ਪਰ 10 ਰੁਪਏ ਦਾ ਟੈਕਸ ਆਲਰੇਡੀ ਪੇ ਹੋਇਆ ਹੈ, ਤਾਂ 15 ਦੇ ਵਿੱਚੋਂ 10 ਮਾਈਨਸ ਕਰ ਦਾਂਗੇ, ਸਿਰਫ 5 ਰੁਪਏ ਹੀ ਟੈਕਸ ਦੇ ਬਚਣਗੇ, ਸਿਰਫ 5 ਰੁਪਏ ਹੀ ਇੱਥੇ ਟੈਕਸ ਦੇ ਬਚਣੇ, ਯਾਨੀ ਕਿ 10 ਰੁਪਏ ਪਹਿਲਾਂ ਸੀਗੇ, ਠੀਕ ਹੈ, ਆਪਾਂ ਕਾਊਂਟ ਕਰਦੇ ਹਾਂ, ਉਸ ਤੋਂ ਬਾਅਦ 5 ਰੁਪਏ ਹੋ ਗਏ, ਠੀਕ ਹੈ। ਉਸ ਤੋਂ ਬਾਅਦ ਇੱਥੇ ਪ੍ਰੋਡਕਟ ਅੱਗੇ ਵਿਕਿਆ, ਹੋਲਸੇਲਰ ਕੋਲ ਆਇਆ, ਹੋਲਸੇਲਰ ਨੇ ਵੀ ਆਪਣਾ 20 ਰੁਪਏ ਦਾ ਪ੍ਰੋਫਿਟ ਐਡ ਕੀਤਾ, ਮਾਰਜਿਨ ਐਡ ਕੀਤਾ, ਇਹ ਪ੍ਰੋਡਕਟ ਹੋ ਗਿਆ 170 ਰੁਪੀਜ਼ ਦਾ। ਹੁਣ 170 ਦੇ ਉੱਤੇ ਵੀ 10% ਟੈਕਸ, ਯਾਨੀ ਕਿ ਕਿੰਨਾ ਹੋ ਗਿਆ 17 ਰੁਪੀਜ਼, ਬਟ 15 ਰੁਪਏ ਟੈਕਸ ਤਾਂ ਆਲਰੇਡੀ ਪੇ ਹੋਇਆ ਹੋਇਆ, ਤਾਂ ਟੈਕਸ ਕਿੰਨਾ, ਸਿਰਫ 2 ਰੁਪਏ, ਸਿਰਫ 2 ਰੁਪਏ। ਉਸ ਤੋਂ ਬਾਅਦ ਇਹ ਪ੍ਰੋਡਕਟ ਗਿਆ ਰਿਟੇਲਰ ਕੋਲ, ਰਿਟੇਲਰ ਨੇ ਵੀ ਇੱਥੇ ਕੁਝ ਮਾਰਜਿਨ ਰੱਖਣਾ ਹੈਗਾ, ਮੰਨ ਲਓ ਰਿਟੇਲਰ ਦਾ ਮਾਰਜਿਨ ਹੈਗਾ 10 ਰੁਪਏ, ਠੀਕ ਹੈ, ਰਿਟੇਲਰ ਦਾ ਮਾਰਜਿਨ ਹੈਗਾ 10 ਰੁਪਏ, ਤਾਂ ਪ੍ਰੋਡਕਟ ਹੋ ਗਿਆ 180 ਰੁਪੀਜ਼ ਦਾ, 180 ਰੁਪੀਜ਼ ਦਾ ਪ੍ਰੋਡਕਟ ਹੋ ਗਿਆ। ਹੁਣ 180 ਰੁਪੀਜ਼ ਦੇ ਉੱਤੇ ਜਦੋਂ ਇੱਥੇ ਟੈਕਸ ਲੱਗਿਆ 10% ਤਾਂ ਕਿੰਨਾ ਹੋ ਗਿਆ 18 ਰੁਪੀਜ਼, ਬਟ 17 ਰੁਪੀਜ਼ ਟੈਕਸ ਤਾਂ ਆਲਰੇਡੀ ਪੇ ਹੋ ਚੁੱਕਿਆ ਹੈ, ਤਾਂ ਟੈਕਸ ਕਿੰਨਾ, ਸਿਰਫ 1 ਰੁਪਏ, ਟੈਕਸ ਕਿੰਨਾ, ਸਿਰਫ 1 ਰੁਪਏ। ਤਾਂ ਟੈਕਸ ਦੇਖੋ ਪਹਿਲਾਂ ਬੰਦੇ ਨੂੰ 60 ਰੁਪਏ ਟੈਕਸ ਪੇ ਕਰਨਾ ਪੈ ਰਿਹਾ ਸੀਗਾ, ਹੁਣ ਕਿੰਨਾ ਟੈਕਸ ਹੈ, ਸਿਰਫ 18 ਰੁਪਏ। That is the difference between the former indirect taxes and the present mechanism of GST, goods and services tax। ਤਾਂ ਇਹ ਇੱਕ ਮੇਨ ਰੀਜ਼ਨ ਸੀਗਾ ਜਿਸ ਨੂੰ GST ਨੂੰ ਆਪਾਂ ਲੈ ਕੇ ਆਣਾ ਸੀਗਾ। ਹੁਣ GST ਦਾ ਇੰਡੀਆ ਦੇ ਵਿੱਚ ਟੈਕਸ ਸਟਰਕਚਰ ਕਿੱਦਾਂ ਹੈਗਾ, ਟੈਕਸ ਸਟਰਕਚਰ ਕਿੱਦਾਂ ਹੈਗਾ, ਠੀਕ ਹੈ। ਦੇਖੋ ਪਹਿਲਾਂ ਇੰਡੀਆ ਦੇ ਵਿੱਚ ਬੇਸਿਕਲੀ ਸੈਂਟਰ ਆਪਣੇ ਲੈਵਲ ਤੇ ਸਰਵਿਸ ਟੈਕਸ ਲੈ ਰਿਹਾ ਹੈਗਾ, ਵੈਟ ਲੈ ਰਿਹਾ ਹੈਗਾ, ਸਟੇਟ ਆਪਣੇ ਲੈਵਲ ਤੇ ਸਟੇਟ ਵੈਟ ਲੈ ਰਹੀ ਹੈਗੀ ਹੈ, ਹੋਰ ਡਿਊਟੀਜ਼ ਲੈ ਰਹੀ ਹੈ, ਐਕਸਾਈਜ਼ ਡਿਊਟੀ, ਹੋਰ ਟੈਕਸਿਸ ਲੈ ਰਹੀ ਹੈਗੀ ਹੈ, ਬਟ ਹੁਣ ਉਹ ਸਾਰੇ ਟੈਕਸਿਸ ਨਹੀਂ ਲੱਗਦੇ, ਹੁਣ ਉਹ ਸਾਰੇ ਟੈਕਸਿਸ ਨਹੀਂ ਲਿੱਤੇ ਜਾਂਦੇ। ਤਾਂ ਬੇਸਿਕਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਕਿੱਦਾਂ ਇਸ ਟੈਕਸਿਸ ਦਾ ਸਟਰਕਚਰ ਕਿੱਦਾਂ ਵਰਕ ਕਰਦਾ ਹੈਗਾ, ਤਾਂ GST ਦੇ ਸਟਰਕਚਰ ਨੂੰ 4 ਹਿੱਸਿਆਂ 'ਚ ਵੰਡਿਆ ਗਿਆ। ਸੈਂਟਰ ਗੁੱਡਸ ਐਂਡ ਸਰਵਿਸਿਜ਼ ਟੈਕਸ, ਸਟੇਟ ਗੁੱਡਸ ਐਂਡ ਸਰਵਿਸਿਜ਼ ਟੈਕਸ, UT ਗੁੱਡਸ ਐਂਡ ਸਰਵਿਸਿਜ਼ ਟੈਕਸ, ਇੰਟੀਗ੍ਰੇਟਿਡ ਗੁੱਡਸ ਐਂਡ ਸਰਵਿਸਿਜ਼ ਟੈਕਸ, ਕਲੀਅਰ। ਤਾਂ CGST ਸੈਂਟਰ ਗੁੱਡਸ ਐਂਡ ਸਰਵਿਸਿਜ਼ ਟੈਕਸ, ਇਹ ਟੈਕਸ ਜਿਹੜਾ ਸੈਂਟਰ ਗਵਰਨਮੈਂਟ ਲੈਂਦਾ, ਇਹ ਟੈਕਸ ਸੈਂਟਰ ਗਵਰਨਮੈਂਟ ਦੇ ਦੁਆਰਾ ਅਵੇਲ ਕੀਤਾ ਜਾਂਦਾ ਹੈਗਾ, ਸੈਂਟਰ ਗਵਰਨਮੈਂਟ ਦੇ ਦੁਆਰਾ ਅਵੇਲ ਕੀਤਾ ਜਾਂਦਾ ਹੈਗਾ। ਉਸ ਤੋਂ ਬਾਅਦ ਸਟੇਟਸ ਗੁੱਡਸ ਐਂਡ ਸਰਵਿਸਿਜ਼ ਟੈਕਸ, ਜਿਹੜੀਆਂ ਕਿ ਸਟੇਟ ਦੇ ਦੁਆਰਾ, ਸਟੇਟ ਗਵਰਨਮੈਂਟ ਦੇ ਦੁਆਰਾ ਕਲੈਕਟ ਕੀਤਾ ਜਾਂਦਾ ਹੈਗਾ, ਸਟੇਟ ਗਵਰਨਮੈਂਟ ਦੇ ਦੁਆਰਾ ਕਲੈਕਟ ਕੀਤਾ ਜਾਂਦਾ ਹੈ। ਦੇਖੋ ਸੈਂਟਰ GST, ਸੈਂਟਰਲ GST ਤੇ ਸਟੇਟ GST ਲੱਗਦੇ ਨੇ ਵਿਦਿਨ ਦਾ ਸਟੇਟ, ਜਿਹੜੀ ਇੱਥੇ ਟ੍ਰਾਂਜੈਕਸ਼ਨ ਹੁੰਦੀ ਹੈ। ਮੰਨ ਲਓ ਇੱਕ ਪ੍ਰੋਡਕਟ ਹੈਗਾ, ਇੱਕ ਗੁੱਡ ਹੈਗੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਹੀ ਬਣੀ ਤੇ ਪੰਜਾਬ ਦੇ ਵਿੱਚ ਹੀ ਉਸਦੀ ਸੇਲ ਹੋ ਰਹੀ ਹੈ, ਜਿਹੜੀ ਸਰਵਿਸਿਜ਼ ਪੰਜਾਬ ਦੇ ਵਿੱਚ ਹੀ ਚੱਲ ਰਹੀਆਂ ਨੇ, ਉਸ ਦੇ ਉੱਤੇ ਬੇਸਿਕਲੀ CGST ਤੇ SGST ਲੱਗਦਾ। ਮੰਨ ਲਓ ਕਿਸੇ ਪ੍ਰੋਡਕਟ ਦੇ ਉੱਤੇ ਅਗਰ 12% ਟੈਕਸ ਲੱਗ ਰਿਹਾ ਹੈਗਾ, ਤਾਂ ਇਹ ਦੋਨਾਂ ਦੇ ਵਿੱਚ ਡਿਵਾਈਡ ਹੋ ਜਾਏਗਾ, 6 ਸੈਂਟਰ 6 ਸਟੇਟ, 6 ਸੈਂਟਰ ਲਏਗਾ 6 ਸਟੇਟ ਲਏਗਾ, ਦੋਨਾਂ ਦੇ ਵਿੱਚ ਡਿਵਾਈਡ ਹੋ ਜਾਏਗਾ। ਉਸ ਤੋਂ ਬਾਅਦ ਤੀਸਰਾ ਆਉਂਦਾ UT GST। ਹੁਣ ਇੱਕ UT ਅਗਰ ਉਸ ਦੇ ਵਿੱਚ ਜਿਹੜੀ ਟ੍ਰੇਡ ਹੋ ਰਹੀ ਹੈ, UT ਦੇ ਵਿੱਚ ਅਗਰ ਕੋਈ ਟ੍ਰੇਡ ਹੋ ਰਹੀ ਹੈ, ਤਾਂ ਉਹ UT ਦੇ ਵਿੱਚ ਬੇਸਿਕਲੀ ਜਿਹੜਾ ਟੈਕਸ ਕਲੈਕਸ਼ਨ ਹੋਏਗਾ, ਠੀਕ ਹੈ, ਉਹ UT ਦੇ ਦੁਆਰਾ ਕੀਤਾ ਜਾਏਗਾ, ਐਂਡ ਉਸ ਦੇ ਉੱਤੇ ਵੀ ਸਿਮਿਲਰਲੀ ਸਟੇਟ ਦੀ ਜਗ੍ਹਾ ਤੇ UT ਆ ਜਾਏਗੀ, ਸੈਂਟਰ ਤੇ UT, ਕਿਉਂਕਿ ਸੈਂਟਰ ਤੇ ਸਟੇਟ ਅੱਧਾ ਟੈਕਸ ਅਵੇਲ ਕਰ ਰਹੇ ਨੇ। ਦੈਨ last one is very important, that is the integrated goods and services tax। this is basically for the interstate trade, this is basically for the interstate trade ਦੇ ਲਈ ਇਸ ਦਾ ਇਸਤੇਮਾਲ ਇੱਥੇ ਕੀਤਾ ਜਾਂਦਾ ਹੈਗਾ, ਕਲੀਅਰ। for the interstate ਟ੍ਰੇਡਸ ਦੇ ਲਈ ਇਸ ਦਾ ਇਸਤੇਮਾਲ ਆਪਾਂ ਕਰਦੇ ਹੈਗੇ ਆ। ਜਦੋਂ ਸੈਂਟਰ ਐਂਡ ਸਟੇਟਸ ਮਿਲ ਕੇ ਇੱਥੇ ਵਰਕ ਕਰਦੇ ਨੇ, ਇੱਕ ਸਟੇਟ ਤੋਂ ਦੂਸਰੀ ਸਟੇਟ ਤੱਕ ਪ੍ਰੋਡਕਟ ਜਾਂਦਾ ਹੈਗਾ, ਫਿਰ ਤੀਸਰੀ ਸਟੇਟ ਤੱਕ ਜਾਂਦਾ ਹੈਗਾ, ਤਾਂ ਉਸ ਲੈਵਲ ਤੇ ਬੇਸਿਕਲੀ ਜਿਹੜਾ ਟੈਕਸ ਅਵੇਲ ਕੀਤਾ ਜਾਂਦਾ ਹੈਗਾ, ਦੈਟ ਇਜ਼ ਦਾ ਇੰਟੀਗ੍ਰੇਟਿਡ ਗੁੱਡਸ ਐਂਡ ਸਰਵਿਸਿਜ਼ ਟੈਕਸ। ਇੰਟੀਗ੍ਰੇਟਿਡ ਗੁੱਡਸ ਐਂਡ ਸਰਵਿਸਿਜ਼ ਟੈਕਸ, ਯੂ ਕੈਨ ਸੇ ਐਗਜ਼ਾਮਪਲ ਕਿ ਜਦੋਂ ਆਪਾਂ ਕਿਸੇ ਪ੍ਰੋਡਕਟ ਨੂੰ ਇੰਪੋਰਟ ਕਰਦੇ ਹਾਂ, ਠੀਕ ਹੈ, ਕਿਸੇ ਦੂਸਰੀ ਸਟੇਟ ਤੋਂ ਜਾਂ ਕਿਸੇ ਫੋਰਨ ਕੰਟਰੀ ਤੋਂ, ਤਾਂ ਉਸ ਲੈਵਲ ਤੇ ਉਸ ਟਾਈਮ ਤੇ ਜਿਹੜਾ ਟੈਕਸ ਲੱਗਦਾ ਹੈਗਾ, ਦੈਟ ਇਜ਼ ਦਾ ਇੰਟੀਗ੍ਰੇਟਿਡ ਗੁੱਡਸ ਐਂਡ ਸਰਵਿਸਿਜ਼ ਟੈਕਸ। ਇੰਟੀਗ੍ਰੇਟਿਡ ਗੁੱਡਸ ਐਂਡ ਸਰਵਿਸਿਜ਼ ਟੈਕਸ ਇੱਥੇ ਅਵੇਲ ਕੀਤਾ ਜਾਂਦਾ ਹੈਗਾ। ਨਾਓ ਵਟ ਆਰ ਦਾ ਟੈਕਸ ਸਲੈਬਸ ਅੰਡਰ ਦਾ GST? There are 5 tax slabs in the GST, that is 0%, 5%, 12%, 18% and 28%। 5 ਤਰ੍ਹਾਂ ਦੀਆਂ
ਇੱਥੇ ਟੈਕਸ ਸਲੈਬ ਸਾਡੇ ਕੋਲ ਹੈਗੀਆਂ ਨੇ। ਕੁਝ ਪ੍ਰੋਡਕਟਸ ਇਦਾਂ ਦੇ ਨੇ ਜਿਨ੍ਹਾਂ ਦੇ ਉੱਤੇ 0% GST ਲੱਗਦਾ ਹੈ, ਯਾਨੀ ਕਿ ਲੱਗਦੇ ਨੇ ਡੇਲੀ ਕੰਜ਼ਿਊਮਰ ਗੁੱਡਸ, ਠੀਕ ਹੈ, ਡੇਲੀ ਕੰਜ਼ਿਊਮਰ ਗੁੱਡਸ। ਉਸ ਤੋਂ ਬਾਅਦ ਕੁਝ ਪ੍ਰੋਡਕਟਸ ਦੇ ਉੱਤੇ 5% ਹੈਗਾ, ਤੁਸੀਂ ਰੈਸਟੋਰੈਂਟ ਦੇ ਵਿੱਚ ਜਾ ਕੇ ਖਾਣਾ ਖਾਂਦੇ ਹੋ 5% ਲੱਗਦਾ ਹੈ। ਕੁਝ ਪ੍ਰੋਡਕਟਸ ਦੇ ਉੱਤੇ 12% ਹੈ, ਕੁਝ ਦੇ ਉੱਤੇ 18 ਹੈਗਾ, ਕੁਝ ਦੇ ਉੱਤੇ 28 ਲੱਗਦਾ ਹੈ। ਲਗਜ਼ਰੀਜ਼ ਦੇ ਉੱਤੇ 28% ਇੱਥੇ ਲੱਗਦਾ ਹੈਗਾ, ਠੀਕ ਹੈ। ਤੁਸੀਂ ਮੋਬਾਈਲ ਫੋਨ ਖਰੀਦਦੇ ਹੋ ਉਹਦੇ ਉੱਤੇ 18% ਲੱਗਦਾ ਹੈਗਾ। ਤਾਂ ਇੱਥੇ ਡਿਫਰੈਂਟ ਟੈਕਸ ਸਲੈਬਸ ਇੱਥੇ ਹੈਗੀਆਂ ਨੇ, ਕਲੀਅਰ। ਐਂਡ these are the taxes subsumed under the GST, मतलब है GST ਦੇ ਆਉਣ ਦੇ ਨਾਲ ਇਹ ਜਿਹੜੇ ਟੈਕਸਿਸ ਨੇ, ਇਨਡਾਇਰੈਕਟ ਟੈਕਸਿਸ ਨੇ, ਇਹ ਖਤਮ ਹੋ ਚੁੱਕੇ ਨੇ। ਇਹ ਟੈਕਸਿਸ ਇੱਥੇ ਖਤਮ ਹੋ ਚੁੱਕੇ ਨੇ, ਯੂ ਕੈਨ ਸੀ, ठीक है। वैट हो गया, लग्जरी टैक्स हो गया, सर्विस टैक्स हो गया, सरचार्ज एंड सेस, एक्साइज ड्यूटी, परचेज टैक्स, ये सारे टैक्सेस इतने खत्म हो चुके हैं, सारे टैक्सेस इतने खत्म हो चुके हैं, क्लियर। ਹੁਣ ਕਿਹੜੇ ਟੈਕਸਿਸ ਇੱਥੇ ਅੱਜ ਵੀ ਹੈਗੇ ਨੇ ਜਿਹੜੇ ਕਿ ਇੱਥੇ GST ਦੇ ਅੰਡਰ ਨਹੀਂ ਖਤਮ ਹੋਏ, GST ਦੇ ਅੰਡਰ ਅਵੇਲ ਨਹੀਂ, ਇੰਕਲੂਡ ਨਹੀਂ ਕੀਤੇ ਗਏ, ਕਲੀਅਰ। ਜਸਟ ਲਾਈਕ ਕਸਟਮ ਡਿਊਟੀ, ਐਂਟੀ ਡੰਪਿੰਗ ਡਿਊਟੀ, ਕਲੀਅਰ, एक्सपोर्ट ड्यूटी, ये टैक्सेस अज भी चलते हैं स्टेट के रोड एंड पैसेंजर टैक्स, टोल टैक्स, प्रॉपर्टी टैक्स, इलैक्ट्रिसिटी ड्यूटी, स्टैंप ड्यूटी, ये टैक्सेस अज भी अवेल किए जाते हैं, लगाए जाते हैं। इन्होंने टैक्सेस को GST के कंसीडर नहीं किया गया, नहीं किया गया, क्लियर। हुण किहड़ियां गुड्स इत्थे GST के अंडर कवर नहीं कीतियां गईयां, तो देखो 5 ਤਾਂ ਪੈਟਰੋਲੀਅਮ ਪ੍ਰੋਡਕਟ ਹੈਗੇ ਨੇ, ਇਹਨਾਂ ਨੂੰ ਆਪਾਂ ਸਿੰਗਲ ਕਾਊਂਟ ਕਰਦੇ ਹਾਂ ਬਿਕੋਜ਼ ਇਟ ਇਜ਼ ਦਾ ਪੈਟਰੋਲੀਅਮ ਪ੍ਰੋਡਕਟ, ਤੇ 5 ਤਰ੍ਹਾਂ ਦੇ ਹੈਗੇ ਨੇ, ਪੈਟਰੋਲ, ਡੀਜ਼ਲ, ਕਰੂਡ ਪੈਟਰੋਲੀਅਮ, ਐਵੀਏਸ਼ਨ ਫਿਊਲ, ਨੈਚੁਰਲ ਗੈਸਿਸ। ਉਸ ਤੋਂ ਬਾਅਦ ਐਲਕੋਹਲ ਨੂੰ ਇੱਥੇ ਇੰਕਲੂਡ ਨਹੀਂ ਕੀਤਾ ਗਿਆ। ਐਂਡ ਦਾ ਥਰਡ ਵਨ ਇਜ਼ ਪਾਵਰ ਸੈਕਟਰ। ਥੀਸ ਆਰ ਦਾ 3 ਥਿੰਗਸ ਜਿਨ੍ਹਾਂ ਨੂੰ GST ਦੇ ਵਿੱਚ ਇੰਕਲੂਡ ਨਹੀਂ ਕੀਤਾ ਗਿਆ, ਜਿਨ੍ਹਾਂ ਦੇ ਉੱਤੇ GST ਨਹੀਂ ਲੱਗਦਾ, ਹੁਣ GST ਆਇਆ, ਗੁੱਡਸ ਐਂਡ ਸਰਵਿਸਿਜ਼ ਟੈਕਸ ਆਇਆ। ਗੁੱਡਸ ਐਂਡ ਸਰਵਿਸਿਜ਼ ਟੈਕਸ ਦੀ ਰੈਗੂਲੇਸ਼ਨ ਵਾਸਤੇ ਕਿ ਕਿਹੜੇ ਪ੍ਰੋਡਕਟ ਦੇ ਉੱਤੇ ਕਿੰਨਾ ਟੈਕਸ ਲੱਗੇਗਾ, ਟੈਕਸ ਸਟਰਕਚਰ ਕਿੱਦਾਂ ਹੋਏਗਾ, ਉਹ ਸਾਰੀਆਂ ਚੀਜ਼ਾਂ ਨੂੰ ਰਿਵਿਊ ਕਰਨ ਵਾਸਤੇ ਇੱਕ ਬਾਡੀ ਬਣਾਏਗੀ, ਇੱਕ ਕਨਸਟੀਟਿਊਸ਼ਨਲ ਬਾਡੀ ਦੀ ਸਥਾਪਨਾ ਕੀਤੀ ਗਈ, ਦੈਟ ਇਜ਼ ਦਾ GST ਕਾਉਂਸਿਲ। GST ਕਾਉਂਸਿਲ ਵਾਸ ਐਸਟੈਬਲਿਸ਼ਡ ਅੰਡਰ ਦਾ ਆਰਟੀਕਲ 279A ਆਫ ਇੰਡੀਅਨ ਕਨਸਟੀਟਿਊਸ਼ਨ 101, ਕਲੀਅਰ। देखो 122वां अमेंडमेंट बिल सीगा, बट 122वां अमेंडमेंट बिल इत्थे लेके आया 101 कॉन्स्टिट्यूशनल अमेंडमेंट, 101 कॉन्स्टिट्यूशनल अमेंडमेंट इत्थे होई 2016 ਦੇ ਵਿੱਚ ਇਹ ਅਮੈਂਡਮੈਂਟ ਇੱਥੇ ਪਾਸ ਕੀਤੀ ਗਈ, ਦੈਟ ਇਜ਼ ਦਾ 101st ਅਮੈਂਡਮੈਂਟ ਐਕਟ ਆਫ 2016, 8th of September 2016 ਨੂੰ ਇੱਥੇ ਪਾਸ ਕੀਤਾ ਗਿਆ। ਐਂਡ ਗਵਰਨਮੈਂਟ ਆਫ ਇੰਡੀਆ ਨੇ ਇੱਥੇ ਅਨਾਉਂਸ ਕੀਤਾ ਕਨਸਟੀਟਿਊਸ਼ਨਲ ਅਮੈਂਡਮੈਂਟ ਬਿਲ ਦੇ ਚੱਲਦੇ ਹੋਏ GST ਕਾਉਂਸਿਲ ਦੀ ਇੱਕ ਬਾਡੀ ਜਿਹੜੀ ਕਿ ਇੱਥੇ GST ਨੂੰ ਲੈ ਕੇ ਵਰਕ ਕਰੇਗੀ, ਦੈਟ ਇਜ਼ ਅੰਡਰ ਦਾ ਆਰਟੀਕਲ 279A ਆਫ ਇੰਡੀਅਨ ਕਨਸਟੀਟਿਊਸ਼ਨ। ਹੁਣ GST ਇੰਡੀਆ ਦੇ ਵਿੱਚ ਐਪਲੀਕੇਬਲ ਹੋਇਆ ਸੀਗਾ 1st of July 2017 ਨੂੰ, 1st of July 2017 ਨੂੰ, ਬਟ ਕਿ GST ਕਾਉਂਸਿਲ ਉਦੋਂ ਹੀ ਬਣੀ ਸੀ ਜਾਂ ਪਹਿਲੇ ਬਣ ਚੁੱਕੀ ਸੀਗੀ? GST ਕਾਉਂਸਿਲ ਵਾਸ ਐਸਟੈਬਲਿਸ਼ਡ ਔਨ 12th of September 2016 under the article 279A of Indian Constitution, and as per the article 279A of Indian Constitution, the finance minister of India, the union finance minister of India will be the chairperson of the GST council. GST council the chairman होंगे by default the finance minister of India. उस तो बाद the finance minister of state, यानी कि the union minister for the minister of state for finance, the minister of state for finance will be the member of this GST council। उस तो बाद सारियां जिन्नियां भी स्टेट्स ते यूनियन टैरेटरीज विद लैजिस्लेटिव असैंबलीज हैगियां ने, उन्हां दे फाइनेंस मिनिस्टर या फिर फाइनेंस मिनिस्टर अगर नहीं तो स्टेट के द्वारा रिकमेंड किए गए एक पर्टिकुलर मिनिस्टर को इत्थे ऐड किया जाएगा, दैट इज अंडर द GST काउंसिल, क्लियर। एंड इंडिया के जिहड़े रेवेन्यू सैक्रेटरी होणगे वो बाय डिफॉल्ट एक्स ऑफिशियो सैक्रेटरी होणगे GST काउंसिल दे। तो GST काउंसिल टाइम टू टाइम मिलती रहती है, इसकी मीटिंग्स के दौरान टैक्सिस ਨੂੰ रिव्यू किया जाता है, टैक्स स्लैब्स ਨੂੰ रिव्यू किया जाता है कि ਕਿਹੜਾ प्रोडक्ट ਕਿਹੜੀ टैक्स स्लैब्स ਦੇ ਵਿੱਚ इंक्रीज या डिक्रीज करना है। नाउ ਹੁਣ ਤਾਂ ਆਪਾਂ ਗੱਲ ਕਰਦੇ ਹੈਗੇ ਐਡਵਾਂਟੇਜ ਤੇ ਡਿਸਐਡਵਾਂਟੇਜ ਦੀ। ਤਾਂ ਦੇਖੋ ਜਦੋਂ ਆਪਾਂ ਐਡਵਾਂਟੇਜ ਦੀ ਗੱਲ ਕਰਦੇ ਹੈਗੇ, ਇਟ ਇਜ਼ ਈਜ਼ੀ ਫॉर ਕੰਪਲਾਈਂਸ। ਬੇਸਿਕਲੀ ਪਹਿਲਾਂ ਬਹੁਤ ਕੰਪਲੈਕਸ ਸਟਰਕਚਰ ਹੁੰਦਾ ਸੀਗਾ ਕਿ ਟੈਕਸ ਕਿਤੇ ਫਿਰ ਟੈਕਸ ਲੱਗਿਆ, ਫਿਰ ਟੈਕਸ ਲੱਗਿਆ, ਫਿਰ ਟੈਕਸ ਲੱਗਿਆ। ਨਾउ ਵੀ ਹੈਵ ਅ ਕੰਪਰੀਹੈਂਸਿਵ ਇਨਫੋਰਮੇਸ਼ਨ ਟੈਕਨੋਲੋਜੀ ਸਿਸਟਮ ਜਿਹੜਾ ਕਿ ਇੱਥੇ GST ਦੀ ਬੈਕਬੋਨ ਦੇ ਤੌਰ ਤੇ ਵਰਕ ਕਰਦਾ ਹੈਗਾ, ਠੀਕ ਹੈ। GSTN ਹੋ ਗਿਆ, ਇਨਫੋਸਿਸ ਵਰਕ ਕਰਦਾ ਹੈ ਇੱਥੇ, ਕਲੀਅਰ। ਤਾਂ ਟੈਕਸ ਪੇਅਰ ਨੇ ਇੱਥੇ ਰਜਿਸਟ੍ਰੇਸ਼ਨ ਕਰਨੀ ਹੈਗੀ, ਰਿਟਰਨਸ ਕਰਨੀ ਹੈ, ਪੇਮੈਂਟਸ ਕਰਨੀ ਹੈ, ਤਾਂ ਬਹੁਤ ਹੀ ਸਿੰਪਲ ਵੇ ਦੇ ਨਾਲ ਸਾਰਾ ਕੁਝ ਆਨਲਾਈਨ ਸਿਸਟਮ ਦੇ ਉੱਤੇ ਚੱਲ ਰਿਹਾ ਹੈਗਾ। ਯੂਨੀਫਾਰਮਿਟੀ ਆਫ ਟੈਕਸ ਰੇਟ ਐਂਡ ਸਟਰਕਚਰ, ਟੈਕਸ ਰੇਟ ਫਿਕਸ ਹੈਗੇ ਨੇ, ਠੀਕ ਹੈ। 0%, 5%, 12%, 18% and 28%, there are fixed tax rates। ਉਸ ਤੋਂ ਬਾਅਦ ਰਿਮੂਵਲ ਆਫ ਕੈਸਕੇਡਿੰਗ ਇਫੈਕਟ, ਇਸ ਦੀ ਤਾਂ ਆਪਾਂ ਸ਼ੁਰੂਆਤ ਤੋਂ ਗੱਲ ਕਰਦੇ ਆ ਰਹੇ ਹਾਂ ਕਿ the main feature of GST
is that the main reason behind GST is that the cascading effect of tax and the improved competitiveness, the improved competitiveness, ease of doing business ਦੇ ਵਿੱਚ ਇੰਡੀਆ ਦੀ ਜਿਹੜੀ ਰੈਂਕਿੰਗ ਹੈਗੀ ਆ ਉਹ ਇਨਕਰੀਜ਼ ਹੋ ਰਹੀ ਹੈ ਡਿਊ ਟੂ ਦਾ GST. Now if we talk about the disadvantages of the GST, ਤਾਂ ਇਸਨੇ ਕੋਸਟ ਆਫ ਆਪਰੇਸ਼ਨ ਨੂੰ ਇੰਕਰੀਜ਼ ਕਰ ਦਿੱਤਾ, ਦੇਖੋ ਅੱਜ ਬੇਸਿਕਲੀ ਅਗਰ ਕੋਈ ਬਿਜ਼ਨਸ ਕਰਦਾ ਹੈਗਾ ਪਹਿਲਾਂ ਆਨਾ ਬੇਸਿਕਲੀ ਬੈਲੈਂਸ ਬੁੱਕਸ ਨੂੰ ਇੰਨਾ ਟਫ ਲੈਵਲ ਤੇ ਮੈਨੇਜ ਕਰਨਾ ਜ਼ਰੂਰੀ ਨਹੀਂ ਹੁੰਦਾ ਸੀਗਾ। ਅੱਜ ਬੰਦੇ ਨੂੰ ਬੈਲੈਂਸ ਸ਼ੀਟਸ ਨੂੰ ਬਹੁਤ ਪ੍ਰੋਪਰ ਲੈਵਲ ਤੇ ਮੈਨੇਜ ਕਰਨਾ ਪਏਗਾ, ਇੰਪੋਰਟ ਰਿਸਿਪਟਸ ਹੋ ਗਈਆਂ, ਜਿਹੜਾ ਪ੍ਰੋਡਕਟ ਵੇਚਿਆ ਉਹ ਬਿਲਿੰਗ ਕਰਨੀ ਪਏਗੀ, ਬਹੁਤ ਜ਼ਿਆਦਾ ਉਹਨੂੰ ਅਕਾਊਂਟਿੰਗ ਸੌਫਟਵੇਅਰਸ ਦਾ ਸਹਾਰਾ ਲੈਣਾ ਪੈਂਦਾ ਹੈਗਾ, ਠੀਕ ਹੈ, ਬਹੁਤ ਚੰਗੇ ਲੈਵਲ ਤੇ ਵਰਕ ਕਰਨਾ ਪੈਂਦਾ ਹੈਗਾ, ਦੈਟ ਇਜ਼ ਫॉर ਦ ਕਾਸਟ ਆਫ ਆਪਰੇਸ਼ਨ ਉਸ ਦੀ ਇੰਕਰੀਜ਼ ਹੋ ਗਈ। ਟੈਕਸ ਲਾਇਬਿਲਿਟੀ ਔਨ ਦਾ ਸਮਾਲ ਐਂਡ ਮੀਡੀਅਮ ਬਿਜ਼ਨੈਸਿਸ, ਦੇਖੋ ਬੇਸਿਕਲੀ ਪਹਿਲਾਂ ਜਿਹੜੇ ਛੋਟੇ ਮੋਟੇ ਬਿਜ਼ਨਸ ਹੁੰਦੇ ਸੀਗੇ ਉਹਨਾਂ ਨੂੰ ਟੈਕਸ ਸਲੈਬਸ ਦੀ ਜ਼ਰੂਰਤ ਨਹੀਂ, 1.5 ਕਰੋੜ ਤੋਂ ਉੱਤੇ ਵਾਲੇ ਬਿਜ਼ਨਸ ਨੂੰ ਬੇਸਿਕਲੀ ਇੱਥੇ ਐਕਸਾਈਜ਼ ਡਿਊਟੀ ਦੇ ਵਿੱਚ ਐਨੂਅਲ ਟਰਨਓਵਰ ਭਰਨੀ ਪੈਂਦੀ ਸੀਗੀ, ਬਟ ਅੱਜ ਕੱਲ੍ਹ ਇੱਥੇ 40 ਲੱਖ ਤੋਂ ਉੱਤੇ ਅਗਰ ਬਿਜ਼ਨਸ ਹੋ ਗਿਆ ਤਾਂ ਤੁਹਾਨੂੰ ਐਨੂਅਲ ਟਰਨਓਵਰ ਜਿੱਦੀ 40 ਲੱਖ ਤੋਂ ਉੱਤੇ ਹੋਗੀ ਤਾਂ ਉਹਨੂੰ ਇੱਥੇ ਟੈਕਸਿਸ ਪੇ ਕਰਨੇ ਪੈਂਦੇ ਨੇ, 20 ਲੱਖ ਤੋਂ ਉੱਤੇ ਵਾਲੇ ਨੂੰ ਰਿਟਰਨ ਭਰਨੀ ਪੈਂਦੀ ਹੈਗੀ ਹੈ। ਤਾਂ ਡਿਫਰੈਂਟ ਇੱਥੇ ਬੇਸਿਕਲੀ ਛੋਟੀ ਕੰਪਨੀਜ਼ ਦੇ ਉੱਤੇ ਬਰਡਨ ਇੰਕਰੀਜ਼ ਹੋ ਗਿਆ, ਛੋਟੇ ਜਿਹੜੇ ਮਾਈਕਰੋ ਐਂਟਰਪ੍ਰਾਈਜ਼ਸ ਨੇ ਉਹਨਾਂ ਦੇ ਉੱਤੇ ਬਰਡਨ ਇੰਕਰੀਜ਼ ਹੋ ਗਿਆ ਕਿ ਉਹਨਾਂ ਨੂੰ ਮਿਹਨਤ ਤੇ ਰਿਟਰਨ ਭਰਨੀ ਪੈ ਰਹੀ ਹੈ, ਟੈਕਸ ਭਰਨਾ ਪੈ ਰਿਹਾ ਹੈਗਾ। ਉਸ ਤੋਂ ਬਾਅਦ ਐਨਹੈਂਸ ਬਰਡਨ ਆਫ ਕੰਪਲਾਇੰਸ, ਬੇਸਿਕਲੀ GST ਦੀ ਜਗ੍ਹਾ ਬੇਸਿਕਲੀ ਹਰ ਕੰਪਨੀ ਇੱਥੇ ਪਹਿਲਾਂ ਰਜਿਸਟਰ ਕਰਦੀ ਹੈਗੀ ਹੈ GST ਪੋਰਟਲ ਦੇ ਉੱਤੇ, ਉਸ ਤੋਂ ਬਾਅਦ ਆਪਣਾ ਆਪਰੇਸ਼ਨ ਬਿਆਰਾ ਦੱਸਦੀ ਹੈਗੀ ਹੈ, ਸਾਰੇ ਉਹਨੂੰ ਬਿਲਸ ਵਗੈਰਾ ਸ਼ੋ ਕਰਨੇ ਪੈਂਦੇ ਨੇ, ਪ੍ਰੋਪਰ ਬਹੁਤ ਹੀ ਇੱਥੇ ਕੰਪਲੈਕਸ ਸਿਸਟਮ ਇੱਥੇ ਬੇਸਿਕਲੀ ਹੈਗਾ GST ਨੂੰ ਇੱਥੇ ਫਾਈਲਿੰਗ ਦਾ ਸਾਰੇ ਇਨਵੋਇਸਿਸ ਡਾਕੂਮੈਂਟਸ ਉਹਨੂੰ ਸੰਭਾਲ ਕੇ ਰੱਖਣੇ ਪੈਂਦੇ ਇੱਕ ਪ੍ਰੋਪਰ ਪਰਸਨ ਦੀ ਰਿਕੁਆਇਰਮੈਂਟ ਹੈਗੀ ਹੈ। ਪਹਿਲਾਂ ਕੋਈ ਆਪ ਵੀ ਇੱਥੇ ਫਾਈਲ ਕਰ ਸਕਦਾ ਸੀਗਾ ਟੈਕਸੇਸ਼ਨ, ਬਟ ਹੁਣ ਉਹਨੂੰ ਪ੍ਰੋਪਰ ਇੱਕ ਅਕਾਊਂਟ ਐਮਪਲੋਈ ਦੀ ਜ਼ਰੂਰਤ ਪਏਗੀ ਕਿਉਂਕਿ ਵਰਕਲੋਡ ਇਸ ਚੀਜ਼ ਦਾ ਇੰਕਰੀਜ਼ ਹੋ ਚੁੱਕਿਆ ਹੈਗਾ। These are the disadvantages of the GST and the type of returns we have: the GSTR1, GSTR2A, GSTR2, the form GSTR1A, form GSTR3, GSTRA, GSTR9. Clear? This is basically just for the review. पेपर पॉइंट ऑफ व्यू तो बेसिकली ये चीज़ां नहीं पूछिया जांदियां हैगियां। क्लियर? टिल दैन तुसी कोई अकाउंटेंट वाला एग्जाम नहीं दे रहे। तो दीज आर द टाइप्स ऑफ रिटर्न्स अंडर द गुड्स एंड सर्विसेज टैक्स। ਤਾਂ ਬੱਚੋ ਇਹ ਸੀਗਾ ਸਾਡਾ ਅੱਜ ਦਾ ਬੇਸਿਕਲੀ ਲੈਕਚਰ ਜਿਸ ਦੇ ਵਿੱਚ ਆਪਾਂ ਡਿਸਕਸ ਕੀਤਾ ਅਬਾਊਟ ਦਾ ਗੁੱਡਸ ਐਂਡ ਸਰਵਿਸਿਜ਼ ਟੈਕਸ। ਆਈ ਹੋਪ ਤੁਹਾਨੂੰ ਸੈਸ਼ਨ ਚੰਗਾ ਲੱਗਿਆ ਹੋਵੇਗਾ। ਸੈਸ਼ਨ ਚੰਗਾ ਲੱਗਿਆ ਤਾਂ ਸੈਸ਼ਨ ਨੂੰ ਲਾਈਕ ਕਰਨਾ ਨਾ ਭੁੱਲਿਓ, ਕਮੈਂਟ ਕਰਨਾ ਨਾ ਭੁੱਲਿਓ, ਐਂਡ अगर तुसीं साडे YouTube चैनल ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਐਂਡ ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ। ਥੈਂਕ ਯੂ ਸੋ ਮਚ।